ਵਾਰ 14ਵੀਂ ਪੌੜੀ ਦੂਜੀ। ਚਾਰ ਵਰਨ ਗੁਰ ਸਿੱਖ ਸੰਗਤ ਆਵਣਾ, ਗੁਰਮੁਖ ਮਾਰਗ ਵਿਖ ਅੰਤ ਨਾ ਪਾਵਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਾਰ ਵਰਨ ਗੁਰ ਸਿੱਖ ਸੰਗਤ ਆਵਣਾ। ਭਾਈ ਗੁਰਦਾਸ ਜੀ ਇੱਥੇ ਹੁਣ ਸੰਗਤ ਬਾਰੇ ਦੱਸਦੇ ਨੇ। ਦੇਖੋ ਹੁਣ ਸੰਗਤ ਕੀ ਹੈ, ਸੰਗਤ ਦੇ ਵਿੱਚ ਕੌਣ ਕੌਣ ਹਨ ਤੇ ਸੰਗਤ ਵਿੱਚ ਕੀ ਮਿਲਦਾ ਹੈ, ਕੀ ਪ੍ਰਾਪਤ ਹੁੰਦਾ ਹੈ। ਜੇ ਇੱਕ ਗੱਲ ਆਪਾਂ ਰੀਅਲਾਈਜ਼ ਕਰੀਏ ਨਾ, ਜਿਵੇਂ ਜੋ ਆਪਾਂ ਸੰਗਤ ਕਹਿੰਦੇ ਆ ਨਾ, ਉਹਦੇ ਵਿੱਚ ਕੋਈ ਵਿਤਕਰਾ ਨਹੀਂ ਹੁੰਦਾ। ਸਾਧ ਸੰਗਤ ਕੈਸੀ ਜਾਣੀਏ ਜਿੱਥੇ ਇੱਕੋ ਨਾਮ ਵਖਾਣੀਆਂ, ਗੱਲ ਖਤਮ ਹੈ। ਸੋ ਇੱਥੇ ਨਾ ਕੋਈ ਧਰਮ ਦੀ ਗੱਲ ਆਉਂਦੀ ਹੈ, ਨਾ ਕੋਈ ਫਿਰਕੇ ਦੀ ਗੱਲ ਆਉਂਦੀ ਹੈ, ਨਾ ਕੋਈ ਸੈਕਟ ਆਉਂਦਾ ਹੈ, ਨਾ ਕੋਈ ਬਿਲੀਫ ਆਉਂਦੀ ਹੈ। ਇੱਕ ਜਨਰਲ ਗੱਲ ਹੈ ਕਿ ਸੰਗਤ ਉਹ ਹੈ ਜਿੱਥੇ ਪਰਮਾਤਮਾ ਦਾ ਨਾਮ ਜਪਿਆ ਜਾਂਦਾ ਹੈ। ਸਿੰਪਲ ਐਸ ਦੈਟ। So it's above everything else, above all the differences that you may see in your life. ਸਾਰੇ ਡਿਫਰੈਂਸ ਦਾ ਉੱਤੇ ਕੀ ਆ, ਸੰਗਤ ਹੈ। ਸੰਗਤ ਵਿੱਚ ਕੋਈ ਡਿਫਰੈਂਸ ਨਹੀਂ ਹੁੰਦਾ। ਉੱਥੇ ਸਿਰਫ ਇੱਕੋ ਇੱਕ ਮਿਸ਼ਨ ਹੈ, ਪਰਮਾਤਮਾ। That's all. ਪਰਮਾਤਮਾ is the only aim. So you only drive yourself towards ਪਰਮਾਤਮਾ, ਬਸ ਉਹੀ ਆ ਸੰਗਤ। ਸੋ ਇੱਥੇ ਭਾਈ ਗੁਰਦਾਸ ਜੀ ਕਹਿੰਦੇ ਚਾਰ ਵਰਨ, ਕਹਿੰਦੇ ਕਿ ਚਾਰ ਵਰਨ। ਹੁਣ ਹਿੰਦੂਆਂ ਦੇ ਵੀ ਚਾਰ ਨੇ, ਮੁਸਲਮਾਨਾਂ ਦੇ ਵੀ ਚਾਰ ਨੇ। ਸੋ ਆਪਾਂ ਜੇ ਕ੍ਰਿਸਚਨ ਜੇ ਲਈਏ, ਉਹਨਾਂ ਦੇ ਵੀ ਆਪਾਂ ਬਣ ਜਾਣਗੇ ਚਾਰ। ਸੋ ਜਿੰਨੇ ਵੀ ਫਿਰਕੇ ਦੁਨੀਆ ਦੇ ਹਨ, ਉਹਨਾਂ ਵਿੱਚ ਸਾਰੇ ਡਿਵੀਜ਼ਨ ਹਨ। ਕੋਈ ਧਰਮ ਲੈ ਲਓ, ਕੋਈ ਬਿਲੀਫ ਲੈ ਲਓ, ਕੋਈ ਕਲਟ ਲੈ ਲਓ, ਕਲਟ ਦੇ ਵਿੱਚ ਵੀ ਡਿਵੀਜ਼ਨਸ ਬਣ ਜਾਂਦੇ ਨੇ। ਹਾਂਜੀ, ਸੋ ਕਿੰਨੇ ਹੀ ਡਿਵੀਜ਼ਨਸ ਹਨ ਦੁਨੀਆ ਦੇ। ਸੋ ਕਹਿੰਦੇ ਚਲੋ ਚਾਰ ਵਰਨ ਹੋਏ, ਬ੍ਰਾਹਮਣ ਖੱਤਰੀ ਵੈश्य ਸ਼ੂਦਰ ਹੋ ਗਏ। ਕਹਿੰਦੇ ਗੁਰਸਿੱਖ, ਕਹਿੰਦੇ ਸਾਰੇ ਗੁਰਸਿੱਖ ਨੇ। ਜੋ ਜਿਹੜਾ ਹੈ, ਜੋ ਗੁਰੂ ਦੇ ਲੜ ਲੱਗਦਾ ਉਹ ਸਿੱਖ ਹੈ, ਜੋ ਗੁਰੂ ਨੂੰ ਮੰਨਦਾ ਉਹ ਸਿੱਖ ਹੈ, ਉਹ ਗੁਰੂ ਦਾ ਸਿੱਖ ਹੈ। ਸੰਗਤ ਆਵਣਾ, ਉਹ ਸੰਗਤ ਵਿੱਚ ਚੱਲ ਕੇ ਆਉਂਦੇ ਨੇ। ਸੋ ਸੰਗਤ ਵਿੱਚ ਆਉਣ ਵਾਸਤੇ ਕੋਈ ਰਿਸਟ੍ਰਿਕਸ਼ਨ ਨਹੀਂ। ਇਟਸ ਨਾਟ ਫॉर ਸਰਟਨ ਸੈਕਟ ਔਰ ਸਰਟਨ ਟਾਈਪ ਆਫ ਪੀਪਲ ਔਰ ਸਰਟਨ ਕੰਟਰੀ ਔਰ ਸਰਟਨ ਜਿਹੜੇ ਹਨ ਬਿਲੀਵਰਸ ਹਨ, ਸਾਰਿਆਂ ਵਾਸਤੇ ਸੰਗਤ ਖੁੱਲੀ ਹੈ। ਉੱਥੇ ਇੱਕੋ ਇੱਕ ਕੰਡੀਸ਼ਨ ਹੈ, ਉੱਥੇ ਇੱਕ ਰੱਬ ਹੈ, ਇੱਕ ਪਰਮਾਤਮਾ ਹੈ, ਉਸ ਦਾ ਹੀ ਚੇਤਨ ਕਰਨਾ। That's all. ਉੱਥੇ ਉਹ ਸੰਗਤ ਹੈ। ਇਸ ਕਰਕੇ ਸੰਗਤ ਸਾਰਿਆਂ ਵਾਸਤੇ ਸਾਂਝੀ ਹੈ। ਗੁਰਮੁਖ ਮਾਰਗ ਵਿਖ ਅੰਤ ਨਾ ਪਾਵਣਾ। ਹੁਣ ਜਿਹੜਾ ਹਨ, ਹੁਣ ਸੰਗਤ ਵਿੱਚੋਂ ਜੋ ਆਪਾਂ ਨੂੰ ਸਿੱਖਿਆ ਪ੍ਰਾਪਤ ਹੁੰਦੀ ਹੈ, the things that you learn from the ਸੰਗਤ, what are you going to do the next? What is your next step now? How do you improve yourself? How you improve your life? So ਕਹਿੰਦੇ ਉਹਦੇ ਬਾਰੇ ਗੁਰਮੁਖ ਮਾਰਗ ਵਿਖ। ਗੁਰਮੁਖਾਂ ਦਾ ਮਾਰਗ, ਗੁਰਮੁਖ are those who follows the guru, who obeys to the guru's order. ਸੋ ਕਹਿੰਦੇ ਗੁਰਮੁਖ ਮਾਰਗ ਵਿਖ। ਹੁਣ ਵਿਖ ਮੀਨਸ ਦੇ ਆਰ ਟੂ, ਜਿਹੜਾ ਹਨ ਰਫਲੀ ਦੇ ਆਰ ਟੂ ਮੀਨਿੰਗਸ ਜਿਹੜੇ ਹਨ। ਇੱਕ ਤਾਂ ਜਿਹੜਾ ਕਠਨ ਹੈ, ਬਹੁਤ ਔਖਾ ਹੈ। ਵਿਖ ਮੀਨਸ ਜਿਹੜਾ ਹੈ ਜਿਹਦੇ ਵਿੱਚ ਜਿਹੜਾ ਹਨ ਇੱਕ ਕਦਮ ਵੀ, one step called ਵਿਖ। Another meaning of ਵਿਖ is which is very difficult. ਸੋ ਇੱਥੇ ਆਪਾਂ ਦੋਵੇਂ ਅਰਥ ਲੈ ਲਈਏ। ਗੁਰਮੁਖ ਮਾਰਗ ਵਿਖ, ਗੁਰਮੁਖਾਂ ਦਾ ਮਾਰਗ ਇਸ ਕਰਕੇ ਔਖਾ ਹੈ ਬਿਕੋਜ਼ ਯੂ ਆਰ ਨਾਟ ਗੋਇੰਗ ਅਗੇਂਸਟ ਐਨੀਵਨ ਬਟ ਯੂ ਆਰ ਗੋਇੰਗ ਅਗੇਂਸਟ ਯੋਰ ਹੋਮ। ਯੂ ਆਰ ਗੋਇੰਗ ਅਗੇਂਸਟ ਦ ਵੈਰੀ ਸੈਲਫ ਦੈਟ ਐਵਰੀਵਨ ਵਾਂਟਸ ਟੂ ਪ੍ਰੋਟੈਕਟ, ਦੈਟਸ ਈਗੋ। ਸੋ ਦੈਟਸ ਵਾਈ ਗੁਰਮੁਖ ਦਾ ਮਾਰਗ ਔਖਾ ਹੈ, ਬਿਕੋਜ਼ ਤੁਸੀਂ ਕਿਹਦੇ ਨਾਲ ਲੜ ਰਹੇ ਹੋ? ਆਪਣੇ ਆਪ ਦੇ ਨਾਲ। You are now, your war is against yourself, your ego. You are going to kill your ego now. ਸੋ ਉਹਦੇ ਕਰਕੇ ਇਹ ਮਾਰਗ ਵਿਖ ਹੈ, ਕਠਨ ਹੈ, ਬੜਾ ਔਖਾ ਮਾਰਗ ਹੈ। ਕਿਉਂਕਿ ਆਪਣੇ ਆਪ ਨਾਲ ਕੌਣ ਲੜਦਾ ਹੈ? ਆਪਣੇ ਆਪ ਨੂੰ ਕੌਣ ਕਹੇਗਾ ਮੈਂ ਗਲਤ ਹਾਂ, ਮੈਂ ਝੂਠਾ ਹਾਂ, ਮੈਂ ਇਹ ਹਾਂ? No, to see other people's vices is easier. ਕਿਸੇ ਦੇ ਔਗਣ ਦੇਖਣੇ ਬਹੁਤ ਸੌਖੇ ਨੇ, ਪਰ ਆਪਣੇ ਦੇਖਣੇ ਬਹੁਤ ਔਖੇ ਨੇ। ਆਪਣੇ ਕੌਣ ਦੇਖਦਾ ਹੈ? ਸੋ ਇਸ ਕਰਕੇ ਇਹ ਕਠਨ ਮਾਰਗ ਹੈ, ਵਿਖ ਮਾਰਗ ਹੈ। ਦੂਜਾ ਗੁਰਮੁਖ ਮਾਰਗ ਵਿਖ, ਗੁਰਮੁਖਾਂ ਦੇ ਮਾਰਗ ਤੇ ਇੱਕ ਸਟੈਪ ਵੀ ਰੱਖਿਆ ਹੋਇਆ। ਇਵਨ ਯੂ ਟੇਕ ਵਨ ਸਟੈਪ ਇਨ ਯੋਰ ਲਾਈਫ ਟੂਵਰਡਸ ਦ ਗੁਰੂ, ਮਹਾਰਾਜ ਕਹਿੰਦੇ ਅੰਤ ਨਾ ਪਾਵਣਾ, ਕਹਿੰਦੇ ਅੰਤ ਨਹੀਂ ਪੈਂਦਾ। ਕਹਿੰਦੇ ਕਿੱਡਾ ਕੁ ਉਹਦਾ ਫਲ ਹੁੰਦਾ ਹੈ, ਉਹਦਾ ਰਿਟਰਨ ਕਿੱਡਾ ਕਾ, ਕਹਿੰਦੇ ਅੰਤ ਨਹੀਂ ਆਉਂਦਾ। ਇਟਸ ਅ ਲੋਟ, ਵਨਸ ਇਨ ਅ ਲਾਈਫ ਟਾਈਮ ਟੇਕ ਵਨ ਸਟੈਪ ਟੂ ਦ ਗੁਰੂ, ਕਹਿੰਦੇ ਉਹਦਾ ਵੀ ਕੋਈ ਅੰਤ ਨਹੀਂ ਪਾ ਸਕਦਾ। ਕਿੱਡਾ ਕੁ ਉਹਦਾ ਫਲ ਹੁੰਦਾ, ਉਹਦਾ ਰਿਟਰਨ ਬਹੁਤ ਵੱਡਾ ਹੁੰਦਾ ਹੈ। ਇਸ ਕਰਕੇ ਗੁਰੂ ਦਾ ਮਾਰਗ ਐਸਾ ਵੱਡਾ ਹੈ, ਐਸਾ ਚੰਗਾ ਮਾਰਗ ਹੈ।
ਤੁਲ ਨਾ ਅੰਮ੍ਰਿਤ ਇਕ ਕੀਰਤਨ ਗਾਵਨਾ। ਹੁਣ ਦੋ ਤਰ੍ਹਾਂ ਦੇ ਬੰਦੇ ਹੁੰਦੇ ਨਾ, ਇੱਕ ਨਿਸ਼ਕਾਮੀ, ਇੱਕ ਸਕਾਮੀ। ਓਕੇ, ਨਿਸ਼ਕਾਮੀ ਮੀਨਸ ਸੈਲਫਲੈਸ, ਜਿਹੜੇ ਸੈਲਫਲੈਸ ਹੁੰਦੇ ਨੇ। ਦੂਜੇ ਹੁੰਦੇ ਨੇ ਇੰਟੈਂਸ਼ਨ ਕਰਕੇ ਉਹ ਕੰਮ ਕਰਦੇ ਨੇ, ਉਹ ਸੇਵਾ ਵੀ ਕਰਦੇ ਇੰਟੈਂਸ਼ਨਲੀ ਕਰਨਗੇ, ਨਾਮ ਵੀ ਜਪਣਗੇ ਇੰਟੈਂਸ਼ਨਲੀ ਕਰਨਗੇ, ਉਹਨਾਂ ਨੂੰ ਸਕਾਮੀ ਕਹਿੰਦੇ ਆ। ਹੁਣ ਪਹਿਲੀ ਲਾਈਨ ਜਿਹੜੀ ਹੈ ਆਪਾਂ ਇਹ ਵਿਚਾਰ ਕਰਨਾ, ਤੁਲ ਨਾ ਅੰਮ੍ਰਿਤ ਇੱਕ, ਕਹਿੰਦੇ ਅੰਮ੍ਰਿਤ ਵੀ ਉਨਾ ਮਿੱਠਾ ਨਹੀਂ ਹੈਗਾ। ਇੱਕ ਮੀਨਸ ਮਿੱਠਾ, ਕਿਉਂ ਕਹਿੰਦੇ ਤੁਲ ਨਾ ਅੰਮ੍ਰਿਤ, ਕਹਿੰਦੇ ਅੰਮ੍ਰਿਤ ਜਿਹੜਾ ਹੈ ਉਨਾ ਮਿੱਠਾ ਨਹੀਂ ਹੈਗਾ ਕਿ ਨਾ ਕੀਰਤਨ ਗਾਵਣਾ, ਜਿਹੜਾ ਪਰਮਾਤਮਾ ਦੀ ਕੀਰਤੀ ਗਾਉਣੀ, that is even sweeter, that is even more soothing, more blissful than anything else in the world, because they are singing the praises of Paramatma. So when you sing the praises of Paramatma, ਕਹਿੰਦੇ ਉਹ ਸੰਗਤ ਵਿੱਚ ਜਿਹੜੇ ਸੈਲਫਲੈਸ ਲੋਕ ਆਉਂਦੇ ਨਾ, ਉਹਨਾਂ ਦੇ ਵਿੱਚ ਇੱਕੋ ਗੱਲ ਹੁੰਦੀ, ਮੈਂ ਪਰਮਾਤਮਾ ਦਾ ਨਾਮ ਜਪਣਾ ਹੈ, ਮੈਂ ਪਰਮਾਤਮਾ ਨੂੰ ਯਾਦ ਕਰਨਾ ਹੈ। They ask for nothing else. They are selfless. They are there to leave the self behind. ਆਪਣੇ ਆਪ ਨੂੰ ਪਿੱਛੇ ਛੱਡਣ ਵਾਸਤੇ, ਆਪਣੇ ਹਉਮੈ ਨੂੰ ਮਾਰਨ ਵਾਸਤੇ ਉਹ ਆਉਂਦੇ ਨੇ। ਇਸ ਕਰਕੇ ਉਹ ਗੁਰਦੁਆਰੇ ਆ ਕੇ ਕੀਰਤਨ ਸੁਣਦੇ ਨੇ, ਕਰਦੇ ਨੇ। ਉਹਨਾਂ ਨੇ ਆਪਣੀ ਹਉਮੈ ਨੂੰ ਮਾਰਨਾ, they want to kill their ਹਉਮੈ। But if you find someone ਜਿਹੜਾ ਹੈ, ਇਹ ਜਿਹੜੇ ਬੰਦੇ ਹੁੰਦੇ ਨੇ, they are like almost invisible to your eyes, because they don't try to be anything. They just come quietly, they just go quietly. They got nothing to ask from anybody. They just come there, the ਸੰਗਤ ਬਹਿ ਕੇ ਉਹਨਾਂ ਨੇ ਕੀਰਤਨ ਸੁਣ ਕੇ ਇੰਜੋਏ ਕਰਕੇ ਪਰਮਾਤਮਾ ਨਾਲ ਜਪ ਕੇ ਉਹਨਾਂ ਨੇ ਤੁਰ ਪੈਣਾ ਹੈ। ਕਹਿੰਦੇ ਉਹ ਤਾਂ ਹੋਏ ਜੀ ਗੁਰਮੁਖ, ਸੈਲਫਲੈਸ। ਹੁਣ ਦੂਜੇ ਤਰ੍ਹਾਂ ਦੇ ਬੰਦੇ ਹੁੰਦੇ ਨੇ ਜਿਹੜੇ ਇੰਟੈਂਸ਼ਨਲੀ ਆਉਂਦੇ ਨੇ, ਦੇ ਹੈਵ ਅ ਪਰਪਸ ਟੂ ਡੂ ਵਟ ਐਵਰ ਦੇ ਡੂ ਇਨ ਸੰਗਤ। ਉਹ ਕੌਣ ਹਨ, ਉਹਨਾਂ ਦੇ ਬਾਰੇ ਦੱਸਦੇ ਹਨ। ਚਾਰ ਪਦਾਰਥ ਭਿਖ ਭਿਖਾਰੀ ਪਾਵਨਾ। ਓਕੇ, ਹੁਣ ਕਹਿੰਦੇ ਦੇਖੋ ਨਾ, ਇੱਕ ਭਿਖਾਰੀ ਬਣ ਕੇ ਆਉਂਦੇ ਨੇ। ਭਿਖਾਰੀ ਮੀਨਸ ਟੂ ਆਸਕ। See, people come to Gurudwara, come to the Guru. Why? They go to mandir, they go to masjid, they go to church. For what they go? Only one reason. They want to ask for something. They are in trouble. Okay, जाके उठे कहते मेरा दुख कट दो जी, ना please do this for me, do that for me. You know, ਉਹਨਾਂ ਦਾ ਕੋਈ ਪ੍ਰੋਬਲਮ ਹੁੰਦਾ ਹੈ, ਪ੍ਰੋਬਲਮ ਨੂੰ ਸੋਲਵ ਕਰਨ ਵਾਸਤੇ, ਜਾਂ ਉਹਨਾਂ ਨੇ ਕੁਝ ਲੈਣਾ ਹੁੰਦਾ ਹੈ ਤਾਂ ਜਾਂਦੇ ਨੇ। ਨਹੀਂ ਤਾਂ ਜੇ ਸਭ ਕੁਝ ਠੀਕ ਆ, they don't even remember the Gurudwara, the mandir. They don't even remember it. ਉਹਨਾਂ ਨੂੰ ਮਤਲਬ ਹੀ ਨਹੀਂ ਹੈਗਾ, ਜੇ ਜਾਣਾ ਤਾਂ ਮਤਲਬ ਨਾਲ ਜਾਣਾ। ਇਸ ਕਰਕੇ ਕਹਿੰਦੇ ਚਲੋ ਮੰਨ ਲਓ, ਕਹਿੰਦੇ ਭਿਖਾਰੀ ਭਾਵਨਾ। ਭਿਖਾਰੀ ਲੋਕ ਵੀ ਜੇ ਆਉਂਦੇ ਨੇ ਮੰਗਣ ਵਾਸਤੇ ਵੀ, ਜੇ ਗੁਰੂ ਕੋਲ ਕੋਈ ਆਉਂਦਾ ਹੈ ਨਾ, ਉਹ ਵੀ ਖਾਲੀ ਹੱਥ ਨਹੀਂ ਜਾਂਦਾ। ਭਾਈ ਗੁਰਦਾਸ ਜੀ ਕਹਿੰਦੇ ਚਾਰ ਪਦਾਰਥ ਭਿਖ, ਉਹਨਾਂ ਨੂੰ ਗੁਰੂ ਚਾਰ ਪਦਾਰਥ ਦੇਣ ਦਾ ਸਮਰੱਥ ਹੈ। ਜੇ ਕੋਈ ਮੰਗਤਾ ਵੀ ਬਣ ਕੇ ਆਵੇ ਨਾ, ਕਹਿੰਦੇ ਉਹ ਵੀ ਚਾਰ ਪਦਾਰਥ ਪਾ ਕੇ ਲੈ ਕੇ ਜਾਂਦਾ ਹੈ। ਦੈਟ ਇਜ਼ ਧਰਮ, ਅਰਥ, ਕਾਮ ਤੇ ਮੋਕਸ਼। ਦੇ ਆਰ ਫੋਰ ਪਦਾਰਥ। ਚਾਰ ਪਦਾਰਥ ਜੇ ਕੋ ਮੰਗੈ, ਸਾਧ ਜਨਾ ਕੀ ਸੇਵਾ ਲਾਗੈ। नो, सो चार पदार्थ होंदे ने। सो इफ यू हैव दिस चार पदार्थ, यू हैव एवरीथिंग इन द वर्ल्ड। यू डोंट नीड एनीथिंग मोर। ये चार पदार्थ होंदे ने, धर्म, अर्थ, काम एंड मोक्ष। सो ये चार ने। सो कहते चार पदार्थ उन्होंने भिखिया विच मिल जाते हैं। सो डू यू नो सम पीपल जो मत्था टेकते हैं ना, उन्होंने अज कल एक भैड़ी आदत बन गई, दे डू इट लाइक दैट इन फ्रंट ऑफ द गुरु। यू नो, हैव यू सीन दिस थिंग? दे आस्क लाइक दैट, हाँ भी महाराज मैं लैके जाना है, मैंने मत्था टेक उस है नहीं सम टॉप। सो एक्चुअली दिस इज रॉन्ग। सो वी डोंट डू दिस। ਆਪਾਂ ਹੱਥ ਜੋੜਦੇ ਹਾਂ, ਆਪਾਂ ਹੱਥ ਖੋਲਦੇ ਨਹੀਂ, ਕਿਉਂਕਿ ਹੱਥ ਉਹ ਖੋਲਦਾ ਹੈ ਜਿਹਦੇ ਪੱਲੇ ਵਿੱਚ ਕੁਝ ਹੁੰਦਾ ਨਹੀਂ। ਪਰ ਵੈਨ ਯੂ ਆਰ ਆਲਰੇਡੀ ਇਨ ਫਰੰਟ ਆਫ ਯੋਰ ਗੁਰੂ, ਕੋਈ ਰਾਜੇ ਦੇ ਸਾਹਮਣੇ ਪਹੁੰਚ ਜਾਵੇ, ਰਾਜੇ ਦੇ ਸਾਹਮਣੇ ਹੱਥ ਮੰਗ ਕੇ ਨਹੀਂ ਮੰਗੀਦਾ, ਬਿਕੋਜ਼ ਉਹਦੀ ਦਾਤ ਤੇਰੇ ਹੱਥ ਨਾਲੋਂ ਬਹੁਤ ਵੱਡੀ ਹੈ। ਉਹ ਤੇਰੇ ਹੱਥ ਵਿੱਚ ਆਉਣੀ ਵੀ ਨਹੀਂ ਹੈ, ਜਿਹੜੀ ਦਾਤ ਤੈਨੂੰ ਉਹਨੇ ਦੇਣੀ ਹੈ। ਯੂ ਨੋ, ਸੋ ਦੈਟਸ ਵਾਈ ਯੂ ਡੋਂਟ ਡੂ ਯੋਰ ਹੈਂਡਸ ਲਾਈਕ ਦੈਟ। ਯੂ ਕਲੈਪ them together in respect। ਤੇ ਮਹਾਰਾਜ ਤੇਰੇ ਅੱਗੇ ਮੈਂ ਹੱਥ ਜੋੜੇ, ਜਿਹੜਾ ਹਨ ਮੈਂ ਤੁਹਾਡੇ ਅੱਗੇ ਮੈਂ ਢਹਿ ਪਿਆ ਹਾਂ, ਆਈ ਸਰੈਂਡਰ ਟੂ ਯੋਰ ਸੈਲਫ ਟੂ ਯੂ, ਮੈਂ ਹਾਰ ਗਿਆ ਆਪਣੇ ਆਪ ਨੂੰ। ਉਹ ਭਾਵਨਾ ਹੋਣੀ ਚਾਹੀਦੀ ਹੈ। ਸੋ ਐਂ ਨਹੀਂ ਹੁੰਦਾ, ਬਿਕੋਜ਼ ਜਦੋਂ ਗੁਰੂ ਨੇ ਤੁਹਾਨੂੰ ਕੁਝ ਦੇਣਾ ਹੈ ਨਾ, ਉਹ ਤੁਹਾਨੂੰ ਥੋੜ੍ਹਾ ਪੋਇਜ਼ਨ ਦੇਗਾ। ਹੁਣ ਇੱਕ ਬੱਚਾ ਆ ਕੇ ਆਪਣੀ ਮਾਂ ਤੋਂ ਮੰਗੇ ਕਿ ਮੈਨੂੰ ਜਿਹੜੀ ਹੈ ਉਹ ਦਵਾਈ ਦੇ ਦਿਓ ਜਿਹੜੀ ਇਨਸੈਕਟਸ ਨੂੰ ਮਾਰਦੀ ਹੈ, ਆਈ ਵਾਂਟ ਟੂ ਡਰਿੰਕ ਇਟ, ਵਿਲ ਦ ਪੈਰੈਂਟਸ ਗਿਵ ਇਟ ਟੂ ਹਿਮ? ਕੋਈ ਨਹੀਂ ਮਾਪੇ ਦੇਣਗੇ ਨਾ। ਸੋ ਦੈਟਸ ਵਾਈ ਯੂ ਡੋਂਟ ਡੂ ਲਾਈਕ ਦੈਟ, you know, you do it like that. Maharaj, I think this is what I need, but then Maharaj, it's up to you, you want to give it or not. So correct or not? If Maharaj, you ask Maharaj, Maharaj ਮੈਨੂੰ ਸਭ ਕੁਝ ਦੇ ਦਿਓ, ਮਹਾਰਾਜ ਜੋ ਕੁਝ ਹੈਗਾ ਮਹਾਰਾਜ ਮੇਰੇ ਹੱਥ ਤੇ ਰੱਖ ਦਿਓ, ਜੇ ਉੱਥੇ ਚੰਡਲੀਆ ਲੱਗਿਆ ਹੋਇਆ ਸਿਰ ਤੇ ਟਿਕ ਪਿਆ ਫੇਰ ਕੀ ਕਰਾਂਗੇ? ਕਰੈਕਟ? ਮਹਾਰਾਜ ਕਹਿੰਦੇ ਤੈਨੂੰ ਉੱਤੋਂ ਹੀ ਚਾਹੁੰਦੇ, ਮੈਂ ਉੱਤੋਂ ਛੱਡ ਦਿੰਦਾ, ਰਾਈਟ? So it's not like that.
So you don't decide, you leave it to him. This is the key. You ask, yes, everybody ask. ਆਪਾਂ ਸਾਰੇ ਹੀ ਮੰਗਦੇ ਹਾਂ, ਸਾਰਿਆਂ ਨੂੰ ਆਪਾਂ ਨੂੰ ਫੀਲ ਹੁੰਦਾ ਮੈਨੂੰ ਚੀਜ਼ ਦੀ ਲੋੜ ਆ, but when you ask, you leave it to him. ਜੈਸੇ ਮਹਾਰਾਜ, I think I need this, but it's up to you. ਤੁਸੀਂ ਦੱਸੋ ਦੇਣਾ ਕਿ ਨਹੀਂ ਦੇਣਾ, ਮੇਰੇ ਵਾਸਤੇ ਠੀਕ ਆ ਜਾਂ ਨਹੀਂ ਠੀਕ ਹੈਗਾ, it's up to you. See, today you can ask a car, you can ask a motorbike, but see, you ask, you say ਮੈਂ ਲੈਣਾ ਹੀ ਆ, ਭਲਕੇ ਡਿੱਗ ਪਿਆ ਮੋਟਰਬਾਈਕ ਤੋਂ, ਫਿਰ ਤੂੰ ਕਹੇ ਮਹਾਰਾਜ ਮੈਨੂੰ ਕਿਉਂ ਦੇਣਾ ਸੀ ਤੁਸੀਂ, ਤੁਹਾਨੂੰ ਪਤਾ ਸੀ ਮੈਂ ਡਿੱਗ ਪੈਣਾ। ਸੀ ਆ ਪਦਾਰਥਾਂ ਦੇ ਵਿੱਚ ਨਾ ਕਿਤੇ ਵੀ ਬੰਦਾ ਸੈਟਿਸਫਾਈਡ ਨਹੀਂ ਹੁੰਦਾ। whether you get or you don't get, you're unsatisfied. This is Maya. That's why we say Maya ਝੂਠੀ ਹੈ। Maya is always, ਮਾਇਆ ਹਮੇਸ਼ਾ ਆਪਣੇ ਰੂਪ ਬਦਲਦੀ ਹੈ, ਹਮੇਸ਼ਾ ਚੇਂਜ ਹੁੰਦੀ ਹੈ, ਤਬਦੀਲੀ ਵਿੱਚ ਆਉਂਦੀ ਹੈ। ਉਹ ਸੱਚਾ ਨਾਮ ਹੀ ਹੈ ਜਿਹੜਾ ਇੱਕ ਜੈਸਾ ਰਹਿੰਦਾ ਹੈ। ਇਸ ਕਰਕੇ ਕਹਿੰਦੇ ਚਾਰ ਪਦਾਰਥ ਜਿਹੜਾ ਹਨ ਭਿਖਾਰੀ ਪਾਵਨਾ ਭਿਖਾਰੀਆਂ ਨੂੰ ਇਹ ਮਿਲਦਾ ਹੈ। ਉਹ ਵੀ ਚਲੋ ਮਹਾਰਾਜ ਜੀ ਦਿੰਦੇ ਹਨ, ਜਿਹੜਾ ਹਨ ਸਤਿਗੁਰੂ ਜੀ ਐਸੇ ਦਿਆਲੂ ਹਨ, ਮਹਾਰਾਜ ਦੇ ਦਿੰਦੇ ਹਨ ਜੋ ਕੁਝ ਕੋਈ ਮੰਗੇ। ਹਾਂਜੀ, ਲੇਖ ਅਲੇਖ ਅਲੇਖ ਸ਼ਬਦ ਕਮਾਵਣਾ। ਓਕੇ, ਹੁਣ ਤਿੰਨ ਚੀਜ਼ਾਂ ਆਉਂਦੀਆਂ ਨੇ। ਪਹਿਲਾ ਲੇਖ, ਅਲੇਖ ਤੇ ਅਲੇਖ। ਓਕੇ, ਪਹਿਲੀ ਗੱਲ ਹੈ ਲੇਖ। ਲੇਖ ਮੀਨਸ ਯੋਰ ਕਰਮ। ਓਕੇ, ਨਾਓ ਆਪਾਂ ਇੱਕ ਗੱਲ ਤੇ ਆਈਏ, ਜੇ ਆਪਾਂ ਕਹਿੰਦੇ ਜੇ ਤੇਰੇ ਭਾਗਾਂ ਵਿੱਚ ਸੰਗਤ ਹੈ ਤਾਂ ਤੈਨੂੰ ਪ੍ਰਾਪਤ ਹੋਵੇਗੀ। ਹੁਣ ਕਈ ਲੋਕ ਪੁੱਛਦੇ ਨੇ ਕਿ ਮੇਰੇ ਭਾਗਾਂ 'ਚ ਹੈ ਨਹੀਂ, ਫਿਰ if I don't go to ਸੰਗਤ that means ਮੇਰੇ ਭਾਗਾਂ 'ਚ ਨਹੀਂ ਲਿਖਿਆ, then me I'm not to be blamed. God is to be blamed. He didn't write here for me to have ਸੰਗਤ, right? ਆਪਾਂ ਕਹਿੰਦੇ ਆ ਜਿਹਦੇ ਲੇਖ ਲਿਖੇ ਉਹਨਾਂ ਨੂੰ ਹੀ ਪ੍ਰਾਪਤ ਹੁੰਦਾ ਹੈ, ਜਿਨ੍ਹਾਂ ਦੇ ਲੇਖ ਲਿਖੇ ਗਏ ਉਹਨਾਂ ਨੂੰ ਹੀ ਗੁਰੂ ਪ੍ਰਾਪਤ ਹੁੰਦਾ ਹੈ। ਹੁਣ ਆਪਾਂ ਕਹੋਗੇ ਮਹਾਰਾਜ ਜੇ ਤੂੰ ਮੇਰੇ ਮੱਥੇ ਤੇ ਨਹੀਂ ਲਿਖੇ ਤਾਂ ਮੇਰਾ ਕੀ ਕਸੂਰ ਹੈ, you didn't write. ਸੋ ਇੱਥੇ ਕਹਿੰਦੇ ਲੇਖ, ਪਹਿਲੀ ਗੱਲ ਆ ਕਰਮ। ਆਪਣੇ ਜਿਹੜੇ ਕਰਮ ਨੇ ਉਹ ਆਪਣੇ ਲੇਖ ਨੇ, ਜਿਹੜੇ ਪ੍ਰਾਲਬੱਧ ਆਪਾਂ ਲੈ ਕੇ ਜਨਮ ਲਿਆ ਹੈ, ਸੋ ਉਹ ਲੇਖ ਹੋ ਗਏ। ਫਿਰ ਕਹਿੰਦੇ ਅਲੇਖ, ਜੇ ਲੇਖਾਂ ਵਿੱਚ ਆ ਕੇ ਆਪਾਂ ਨੂੰ ਜਨਮ ਮਿਲ ਗਿਆ, ਵੀ ਆ ਹਿਊਮਨ ਨਾਓ, ਵੀ ਕੈਨ ਹੀਅਰ, ਵੀ ਕੈਨ ਲਿਸਨ, ਵੀ ਕੈਨ ਸੀ, ਵੀ ਕੈਨ ਟਾਕ, ਸਭ ਕੁਝ ਹੋ ਗਿਆ, ਆਪਣੇ ਕੋਲ ਸਭ ਕੁਝ ਹੈ। ਜੇ ਹੁਣ ਆਪਾਂ ਉਹ ਅਲੇਖ ਪਰਮਾਤਮਾ ਨੂੰ ਜਪਾਂਗੇ, ਵਾਹਿਗੁਰੂ 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 ਕਰਾਂਗੇ, until the stage you come to alekh. Alekh means ਬੇਅੰਤ। that means you come to the stage you realize that ਪਰਮਾਤਮਾ ਦਾ ਕੋਈ ਅੰਤ ਨਹੀਂ। ਸੋ ਇਹ ਤਿੰਨ ਸਟੇਜ ਹੋ ਗਏ। one is ਕਰਮ which you are already born with, ਤੁਹਾਡੇ ਨਾਲ ਆ ਗਏ ਹਨ। ਦੂਜਾ, ਤੁਸੀਂ ਗੁਰੂ ਨੂੰ ਮਿਲ ਕੇ ਤੁਸੀਂ ਅਲੇਖ ਪਰਮਾਤਮਾ ਦਾ ਨਾਮ ਜਪਿਆ, ਵਾਹਿਗੁਰੂ ਵਾਹਿਗੁਰੂ ਕੀਤਾ। ਤੀਜਾ, ਉਸ ਦੀ ਕਿਰਪਾ ਦਾ ਸਦਕਾ ਤੁਹਾਨੂੰ ਇਹ ਰਿਅਲਾਈਜ਼ ਹੋ ਗਿਆ ਪਰਮਾਤਮਾ ਬੇਅੰਤ ਹੈ। ਸੋ ਜਦੋਂ ਇਹ ਬੇਅੰਤਤਾ ਅੰਦਰ ਆਉਂਦੀ ਹੈ ਤਾਂ ਤੁਹਾਡਾ ਜਿਹੜਾ ਵਿਸ਼ਾ ਹੈ ਉਹ ਵੱਡਾ ਹੋ ਜਾਂਦਾ, ਬਿਕਾਜ਼ ਉਹ ਪਰਮਾਤਮਾ ਬੇਅੰਤ ਹੈ, ਇਜ਼ ਕੇਪੇਬਲ ਆਫ ਐਵਰੀਥਿੰਗ। ਨਾਓ ਵੀ ਆਰ ਕਾਲਡ ਹਿਊਮਨ। ਯੂ ਨੋ ਵਾਈ? ਆਪਾਂ ਜੀਵ ਕਿਉਂ ਅਖਵਾਉਂਦੇ ਆ? ਕਿਉਂਕਿ ਆਪਾਂ ਹਜੇ ਆਪਣੇ ਈਸ਼ਵਰ ਨੂੰ ਨਹੀਂ ਜਾਣਿਆ। ਆਪਾਂ ਆਪਣੇ ਆਪ ਨੂੰ ਬੰਦਾ ਮੰਨੀ ਬੈਠੇ ਵੀ ਆ, ਬੋਡੀ ਜੀ ਮੈਂ ਬੰਦਾ ਹਾਂ, ਮੈਂ ਹਿਊਮਨ ਹਾਂ, ਬਟ ਵੀ ਡੋਂਟ ਰਿਅਲਾਈਜ਼ ਗੋਡ, ਯੂ ਆਰ ਗੋਡ। God ਜਿਹੜਾ ਹਾਂ reside within you, you are the form of God in reality। ਪਰ ਆਪਾਂ ਕਹਿੰਦੇ ਮੈਂ ਹਿਊਮਨ ਹਾਂ, ਆਪਾਂ God ਨਹੀਂ ਬਣਨਾ ਚਾਹੁੰਦੇ, ਆਪਾਂ ਫਿਰ ਵੀ ਹਿਊਮਨ ਰਹਿਣਾ ਚਾਹੁੰਦੇ ਹਾਂ। ਸੋ ਇੱਥੇ ਕਹਿੰਦੇ ਬੇਅੰਤ। ਜਦੋਂ ਬੇਅੰਤਤਾ ਆਉਂਦੀ ਆ ਨਾ, then your brain works very much differently, because why? You realize that God is everywhere। ਜੇ God is everywhere, all powerful, and that God is within you, ਤੁਹਾਡੇ ਅੰਦਰ ਬੈਠਾ, ਤੁਸੀਂ ਉਹ ਰੂਪ ਹੋ, ਤੁਸੀਂ ਉਹਨੂੰ ਰਿਅਲਾਈਜ਼ ਕਰਨਾ ਹੈ। ਤੁਸੀਂ ਥੋੜ੍ਹਾ ਰਿਅਲਾਈਜ਼ ਕਰਨ ਵਾਸਤੇ ਆਏ ਦੁਨੀਆ 'ਚ ਤੁਹਾਨੂੰ ਭੇਜਿਆ ਟੂ ਰਿਅਲਾਈਜ਼ ਦੈਟ ਯੂ ਆਰ ਹਿਊਮਨ। ਨੋ, ਹਿਊਮਨ ਇਜ਼ ਅ ਜਿਹੜਾ ਫਾਰਮ ਫॉर ਯੂ ਟੂ ਰਿਅਲਾਈਜ਼ ਗੋਡ। ਸੋ ਇੱਥੇ ਕਹਿੰਦੇ ਅਲੇਖ ਹੋ ਗਿਆ। ਫਿਰ ਸ਼ਬਦ ਕਮਾਉਣਾ, ਇਹ ਤਿੰਨੇ ਚੀਜ਼ਾਂ ਕਿਵੇਂ ਸਮਝ ਆਉਣਗੀਆਂ? ਜੇ ਸ਼ਬਦ ਨੂੰ ਕਮਾਵਾਂਗੇ, ਜੇ ਗੁਰੂ ਦੇ ਸ਼ਬਦ ਨੂੰ ਤੁਸੀਂ ਕਮਾਓਗੇ, ਜੋ ਸ਼ਬਦ ਕਹਿੰਦਾ ਤੁਸੀਂ ਕਰੋਗੇ, ਜੇ ਜੋ ਸ਼ਬਦ ਕਹਿੰਦਾ ਤੁਸੀਂ ਨਹੀਂ ਕਰਨਾ ਤੁਸੀਂ ਨਹੀਂ ਕਰੋਗੇ, ਤਾਂ ਫਿਰ ਉਹ ਸਾਰੀਆਂ ਦਾਤਾਂ ਤੁਹਾਨੂੰ ਪ੍ਰਾਪਤ ਹੋਣਗੀਆਂ। ਦਿਸ ਇਜ਼ ਹਾਊ ਯੂ ਐਲੀਵੇਟ ਯੋਰਸੈਲਫ। ਹਾਂਜੀ, ਫਿਰ ਸੁਜਨ ਭੂਤ ਭਵਿੱਖ ਨਾ ਆਪ ਜਣਾਵਣਾ। ਹੁਣ ਸੁਜਨ, ਦੈਨ ਯੂ ਕਮ ਟੂ ਰਿਅਲਾਈਜ਼, ਕਹਿੰਦੇ ਗੁਰਮੁਖਾਂ ਨੂੰ ਰਿਅਲਾਈਜ਼ ਹੋ ਜਾਂਦਾ ਵਾਟ ਵਾਸ ਦ ਪਾਸਟ ਐਂਡ ਵਾਟ ਇਜ਼ ਗੋਇੰਗ ਟੂ ਬੀ ਦ ਫਿਊਚਰ। ਉਹਨਾਂ ਨੂੰ ਆਪਣੇ ਭੂਤਕਾਲ ਦਾ ਤੇ ਆਪਣੇ ਭਵਿੱਖਕਾਲ ਦਾ, ਪਿਛਲੇ ਸਮੇਂ ਦਾ ਸਾਰਾ ਗਿਆਨ ਹੋ ਜਾਂਦਾ ਹੈ। ਵੈਨ ਵੀ ਸੇ ਪਿਛਲੇ ਸਮੇਂ ਦਾ ਗਿਆਨ ਮੀਨਸ ਯੂ ਨੋ ਵਾਟ ਯੂ ਵਰ ਇਨ ਯੋਰ ਪ੍ਰੀਵੀਅਸ ਬਰਥ, ਉਹ ਵੀ ਗਿਆਨ ਹੋ ਜਾਂਦਾ ਹੈ। ਹੁਣ ਤੁਹਾਨੂੰ ਅੱਗੇ ਇਹ ਵੀ ਪਤਾ ਲੱਗ ਜਾਣਾ ਹੈ ਵੀ ਭਲਕੇ ਕੀ ਹੋਣਾ, ਪਰਸੋਂ ਕੀ ਹੋਣਾ, ਅੱਗੇ ਨੂੰ ਕੀ ਹੋਣਾ ਹੈ। ਯੂ ਕੈਨ ਸੀ ਦ ਫਿਊਚਰ। ਕਹਿੰਦੇ ਇਹ ਦੋ ਚੀਜ਼ਾਂ ਬਿਲਕੁਲ ਕਲੀਅਰ ਹੋ ਜਾਂਦੀਆਂ ਨੇ। ਜਿਵੇਂ ਭਗਤ ਧੰਨਾ ਜੀ ਦੀ ਸਾਖੀ ਆਉਂਦੀ ਆ ਨਾ, ਭਗਤ ਧੰਨਾ ਜੀ ਨੂੰ ਜਿਹੜਾ ਹਨ ਉਹਨਾਂ ਨੇ ਸਾਲਗ੍ਰਾਮ ਪੱਥਰ ਤੋਂ
ਉਹਨਾਂ ਨੂੰ ਜੋ ਜਿਹੜਾ ਪੰਡਤ ਤਰਲੋਚਨ ਸੀਗਾ ਉਹਨੇ ਧੋਖੇ ਦੇ ਨਾਲ ਉਹਨਾਂ ਨੂੰ ਇਹ ਪੱਥਰ ਦਿੱਤਾ। ਸੋ ਆਪਣੀ ਗੈਲ ਛਡਾਉਣ ਵਾਸਤੇ, ਮਤਲਬ ਕਿ ਆਪਣਾ ਪਿੱਛਾ ਛਡਾਉਣ ਵਾਸਤੇ ਇੱਕ ਪੱਥਰ ਚੱਕ ਕੇ ਧੋ ਕੇ ਫੜਾ ਦਿੱਤਾ। ਹੁਣ ਧੰਨੇ ਨੇ ਉਹ ਪੱਥਰ ਦੀ ਪੂਜਾ ਕੀਤੀ। ਉਹ ਕਹਿੰਦਾ ਵੀ ਇਹ ਠਾਕੁਰ ਹੈ, ਇਹਨੂੰ ਖਾਣਾ ਖਿਲਾਉਣਾ। ਤਿੰਨ ਦਿਨਾਂ ਤੱਕ ਵਿਚਾਰਾ ਬੈਠਾ ਰਿਹਾ। ਫਿਰ 3 ਦਿਨ ਹੋਰ ਲੰਘ ਗਏ, ਵਿਚਾਰਾ ਕਿੰਨਾ ਚਿਰ ਬੈਠਾ ਰਿਹਾ। ਕਹਿੰਦਾ ਠਾਕੁਰ ਜੇ ਤੂੰ ਨਹੀਂ ਖਾਏਗਾ ਮੈਂ ਨਹੀਂ ਖਾਣਾ। ਸੋ ਬਹੁਤ ਸਿੰਪਲ ਜੀ ਗੱਲ ਹੈ। ਉਹਨੇ ਕਹਿੰਦਾ ਵੀ ਤੂੰ ਖਾਣਾ ਤੁਹਾਨੂੰ ਖਾਣਾ ਪਵੇਗਾ, ਨਹੀਂ ਤਾਂ ਮੈਂ ਵੀ ਮਰ ਜਾਣਾ, ਡਜ਼ਨਟ ਮੈਟਰ। ਸੋ ਫਿਰ ਠਾਕੁਰ ਪ੍ਰਗਟ ਹੋਇਆ। ਸੋ ਜਦੋਂ ਠਾਕੁਰ ਪ੍ਰਗਟ ਹੋਇਆ, ਪਰਮਾਤਮਾ ਜਿਹੜਾ ਹਨ ਭਗਤ ਧੰਨੇ ਦੇ ਸਾਹਮਣੇ ਆ ਕੇ ਬਹਿ ਕੇ ਉਹਦਾ ਖਾਣਾ ਖਾਣ ਲੱਗਿਆ, ਤਾਂ ਪਰਮਾਤਮਾ ਨੇ ਕਿਹਾ ਕਿ ਧੰਨਿਆ ਤੂੰ ਇਹ ਨਾ ਸੋਚੀ ਕਿ ਤੂੰ ਸਿਰਫ ਇੰਨੇ ਦਿਨ ਤੂੰ ਖਾਣਾ ਬੰਦ ਕਰਕੇ ਤੂੰ ਮੈਨੂੰ ਪਾ ਲਿਆ। ਕਹਿੰਦੇ ਪਿਛਲੇ ਤੇਰੇ ਜਨਮ ਦੇ ਵਿੱਚ for 1100 ਪ੍ਰੀਵੀਅਸ ਬਰਥ ਵਾਸਤੇ ਤੂੰ ਭਗਤੀ ਕੀਤੀ ਆ ਮੇਰੀ, ਇਸ ਕਰਕੇ ਤੈਨੂੰ ਅੱਜ ਮੇਰੇ ਸਾਹਮਣੇ ਦਰਸ਼ਨ ਹੋ ਰਹੇ ਨੇ। ਸੋ ਠਾਕੁਰ ਪਰਮਾਤਮਾ ਨੇ ਇਹ ਗੱਲ ਭਗਤ ਧੰਨੇ ਨੂੰ ਕਹੀ, ਕਹਿੰਦੇ ਤੇਰੀ ਭਗਤੀ ਪਿਛਲੀ ਬਹੁਤ ਜ਼ਿਆਦਾ ਸੀ। ਸੋ 1100 ਜਨਮ ਤੂੰ ਮੇਰੀ ਭਗਤੀ ਕੀਤੀ ਹੈ। ਸੋ ਇਸ ਕਰਕੇ ਤੈਨੂੰ ਅੱਜ ਦਰਸ਼ਨ ਹੋ ਰਹੇ ਨੇ। ਸੋ ਹੁਣ ਜੇ ਤੁਸੀਂ ਕਹੋ ਨਾ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਕਾਲ ਦੇ ਵਿੱਚ ਨਾ ਗੁਰੂ ਨਾਨਕ ਦੇ ਦਰਸ਼ਨ ਕੀਤੇ, ਗੁਰੂ ਅੰਗਦ ਦੇਵ ਜੀ ਦੇ ਦਰਸ਼ਨ ਕੀਤੇ, ਗੁਰੂ ਅਮਰਦਾਸ ਜੀ ਦੇ ਦਰਸ਼ਨ ਕੀਤੇ, ਜਾਂ ਗੁਰੂ ਗੋਬਿੰਦ ਸਿੰਘ ਤੱਕ ਜਿਨ੍ਹਾਂ ਨੇ ਦਰਸ਼ਨ ਕੀਤੇ, ਯੂ ਥਿੰਕ ਦੇ ਵਰ ਜਸਟ ਲਾਈਕ ਦੈਟ? ਉਹਨਾਂ ਦੀ ਵੀ ਕਿੰਨੀ ਭਗਤੀ ਸੀ ਦੈਟ ਦੇ ਸੌ ਪਰਮਾਤਮਾ ਇਨ ਅ ਹਿਊਮਨ ਫਾਰਮ ਐਂਡ ਦੇ ਰੀਅਲਾਈਜ਼ ਇਟ ਵੀ ਇਹ ਪਰਮਾਤਮਾ ਹੈ। ਇਸੇ ਕਰਕੇ ਅੱਜ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਇਸ ਅਵ ਗੁਰੂ, ਉਹ ਵੀ ਗੁਰੂ ਨੇ, ਉਹੀ ਗੁਰੂ ਨਾਨਕ ਨੇ, ਉਹੀ ਗੁਰੂ ਗੋਬਿੰਦ ਸਿੰਘ ਨੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਪਰ ਜੇ ਅੱਜ ਤੁਸੀਂ ਆਪਣਾ ਰੀਅਲਾਈਜ਼ ਕਰੋ ਕਿ ਇਹ ਮੇਰਾ ਗੁਰੂ ਹੈ, ਇਹਦੇ ਇੱਕ ਵਾਰੀ ਦਰਸ਼ਨ ਕੀਤਿਆਂ ਮੈਂ ਤਰ ਜਾਣਾ, ਦੈਨ ਯੂ ਵਿਲ ਸੀ ਦ ਗੁਰੂ। ਅੱਜ ਵੀ ਆਪਣੇ ਸਾਹਮਣੇ ਹੈ। ਹਰ ਇੱਕ ਗੁਰਦੁਆਰੇ 'ਚ ਪ੍ਰਕਾਸ਼ ਹੁੰਦਾ, ਪਰ ਆਪਣੇ ਅੰਦਰ ਕਿਦੋਂ ਪ੍ਰਕਾਸ਼ ਹੋਊਗਾ ਗੁਰੂ ਦਾ? ਕਿਦੋਂ ਆਪਾਂ ਉਹਨੂੰ ਦੇਖਾਂਗੇ? ਉਹੀ ਗੁਰੂ ਨਾਨਕ ਦਾ ਰੂਪ। ਹੁਣ ਤੁਹਾਡੀ ਵੀ ਭਗਤੀ ਕਿੰਨੀ ਹੋਊਗੀ ਜਿਹੜਾ ਤੁਸੀਂ ਮੱਥਾ ਟੇਕਦੇ ਹੋ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਜਾ ਕੇ, ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਦੇ ਹੋ, ਤੁਹਾਡੀ ਕਿੰਨੀ ਭਗਤੀ ਹੋਊਗੀ? You are also seeing the same God that the God ਧੰਨਾ saw। ਉਹੀ God ਹੈ, ਉਹੀ ਪਰਮਾਤਮਾ ਹੈ, ਕੋਈ ਫਰਕ ਨਹੀਂ ਉਹਨਾਂ ਵਿੱਚ, ਉਹੀ ਨੇ। So that's why you must see how fortunate you are whenever ਤੁਹਾਨੂੰ ਦਰਸ਼ਨ ਹੁੰਦੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ। You must know you are very fortunate। ਤੁਸੀਂ ਪਤਾ ਨਹੀਂ ਕਿੰਨੀ ਤੁਹਾਡੀ ਕਿੰਨੀ ਕਮਾਈ ਦਾ ਫਲ ਤੁਹਾਨੂੰ ਮਿਲ ਰਿਹਾ ਅੱਜ। ਸੋ ਇੱਥੇ ਜਿਹੜਾ ਹਨ ਕਹਿੰਦੇ ਸੁਜਨ ਜਿਹੜਾ ਹਨ ਜਿਹੜਾ ਪਿਛਲਾ ਸਮਾਂ ਅਗਲਾ ਸਮਾਂ ਸਾਰਾ ਉਹਨਾਂ ਨੂੰ ਰੀਅਲਾਈਜ਼ ਹੋ ਜਾਂਦਾ ਹੈ। ਦੱਸਾਂ ਯੂਸੀ ਆ ਜਿਹੜੇ ਬੰਦੇ ਕਦਰ ਕਰਦੇ ਨੇ ਨਾ, ਉਹਨਾਂ ਨੂੰ ਅੰਦਰ ਇੰਨਾ ਪਿਆਰ ਹੁੰਦਾ ਗੁਰੂ ਵਾਸਤੇ, ਦੇ ਆਰ ਵਿਲਿੰਗ ਟੂ ਡਾਈ ਫॉर ਹਿਮ ਬਿਕੋਜ਼ ਦੇ ਨੋ ਦ ਬੋਡੀ ਡਜ਼ਨਟ ਹੈਵ ਐਨੀ ਵੈਲਿਊ ਵੈਨ ਯੂ ਕੰਪੇਅਰ ਟੂ ਦ ਗੁਰੂ। ਦਿਸ ਇਜ਼ ਨਥਿੰਗ। ਜਿਹੜੀ ਬੋਡੀ ਨੂੰ ਆਪਾਂ ਬਚਾਉਂਦੇ ਹਾਂ, ਆਪਣੇ ਸਵਾਰਥ ਨਹੀਂ ਆਪਾਂ ਛੱਡਦੇ, ਆਪਣੇ ਡਿਜ਼ਾਇਰਸ ਨਹੀਂ ਆਪਾਂ ਛੱਡਦੇ, ਉਹ ਗੁਰੂ ਕਿੱਡਾ ਵੱਡਾ ਇਹ ਸਾਰੀਆਂ ਚੀਜ਼ਾਂ ਨਾਲੋਂ ਕਿੰਨਾ ਮਹਾਨ ਹੈ। ਸੋ ਇਸ ਕਰਕੇ ਕਹਿੰਦੇ ਨਾ ਆਪ ਜਨਾਵਣਾ, ਕਹਿੰਦੇ ਦੇਖੋ ਗੁਰਮੁਖ ਜਿਹੜੇ ਹੁੰਦੇ ਨੇ ਸਭ ਕੁਝ ਜਾਣਦੇ ਨੇ, ਕਹਿੰਦੇ ਨਾ ਆਪ ਜਨਾਵਣਾ, ਉਹ ਕਿਤੇ ਆਪਣੇ ਆਪ ਨੂੰ ਜਨਾਉਂਦੇ ਨਹੀਂ, ਦਿਖਾਉਂਦੇ ਨਹੀਂ ਲੋਕਾਂ ਨੂੰ, ਉਹ ਆਪਣੇ ਆਪ ਨੂੰ ਲੁਕੋ ਕੇ ਰੱਖਦੇ ਨੇ। ਉਹ ਨਹੀਂ ਜਿਹੜਾ ਲੋਕਾਂ ਨੂੰ ਦੱਸਦੇ ਮੈਨੂੰ ਇਹ ਹੋਇਆ, ਨਿਊ ਆਈ ਐਕਸਪੀਰੀਐਂਸਿੰਗ ਸਪਿਰਿਚੁਅਲ, ਨੋ ਦਿਸ ਇਜ਼ ਵਾਟ ਆਈ ਸੌ, ਉਹ ਨਹੀਂ ਦੱਸਦੇ, ਦੱਸਣ ਦੀ ਲੋੜ ਨਹੀਂ। ਉਹ ਇਹ ਨਹੀਂ ਚਾਹੁੰਦੇ ਲੋਕਾਂ ਨੂੰ ਪਤਾ ਲੱਗੇ ਤੇ ਲੋਕੀ ਉਹਨਾਂ ਦੀ ਪੂਜਾ ਸ਼ੁਰੂ ਕਰਦੇ, ਦੇ ਡੋਂਟ ਵਾਂਟ ਦੈਟ। ਉਹ ਆਪਣੇ ਆਪ ਨੂੰ ਲੁਕਾਉਂਦੇ ਨੇ, ਜਿਹਨੇ ਪਾਇਆ ਤਿਨੇ ਛੁਪਾਇਆ, ਉਹਨਾਂ ਨੇ ਛੁਪਾ ਲੈਂਦੇ ਨੇ, ਜੋ ਪਾਉਂਦੇ ਨੇ ਉਹ ਛੁਪਾ ਲੈਂਦੇ ਨੇ, ਉਹ ਚਾਹੁੰਦੇ ਨਹੀਂ ਕਿਸੇ ਨੂੰ ਪਤਾ ਲੱਗੇ। ਜਿਹੜੇ ਖੋਖਲੇ ਬੰਦੇ ਹੁੰਦੇ ਨੇ ਉਹ ਆਪਣਾ ਐਡਵਰਟਾਈਜ਼ਮੈਂਟ ਕਰਦੇ ਨੇ, ਮੈਂ ਇਹ ਹਾਂ, ਮੈਂ ਉਹ ਹਾਂ, ਮੈਂ ਇਹ ਹਾਂ, ਮੈਂ ਉਹ ਹਾਂ। ਉਹ ਖੋਖਲੇ ਹੁੰਦੇ ਨੇ, ਅੰਦਰੋਂ ਖਾਲੀ ਹੁੰਦੇ ਨੇ। ਜਿਹੜੇ ਭਰੇ ਹੁੰਦੇ ਨਾ ਉਹ ਨਹੀਂ ਕਿਸੇ ਨੂੰ ਦੱਸਦੇ। ਦੇ ਆਰ ਇਨ ਦੇਅਰ ਬਲਿਸ, ਦੇ ਡੋਂਟ ਕੇਅਰ ਅਬਾਊਟ ਦ ਵਰਲਡ ਬਿਕਾਜ਼ ਯੂ ਗੋਟ ਨਥਿੰਗ ਟੂ ਡੂ ਵਿਦ ਦ ਵਰਲਡ। ਵਰਲਡ ਕੀ ਹੈ? ਹਮੇਸ਼ਾ ਬਦਲਣੀ ਹੈ। ਪਰਮਾਤਮਾ ਹੀ ਨਹੀਂ ਤਾਂ ਨਾ ਜਿਹੜਾ ਨਹੀਂ ਬਦਲਦਾ। ਜੇ ਤੁਸੀਂ ਉਹਨੂੰ ਪਾ ਲਿਆ ਯੂ ਵਿਲ ਬੀ ਸੈਟਿਸਫਾਈਡ ਵਿਦ ਹਿਮ। ਦੇਖੋ ਇੱਕੋ ਚੀਜ਼ ਹੈ ਨਾ, ਪੀਪਲ ਕੈਨ ਕਮ ਐਂਡ ਟੈਲ ਯੂ ਆ ਜਿਹੜਾ ਮੈਂ ਇੱਥੇ ਆਇਆ ਜੀ ਤੁਹਾਡੇ ਕਰਕੇ, ਜਾਂ ਇਟਸ ਆਲ ਲਾਈ, ਕੁਛ ਵੀ ਨਹੀਂ। ਜਿਹੜਾ ਬੰਦਾ ਭਰਿਆ ਹੋਇਆ ਨਾ, ਹੀ ਡੋਂਟ ਈਵਨ ਹੈਵ ਟੂ ਟਾਕ ਟੂ ਯੂ। ਉਹ ਭਰਿਆ ਹੋਇਆ, ਉਹ ਆਪਣੇ ਆਨੰਦ ਵਿੱਚ ਹੈ, ਉਹਨੂੰ ਕਿਸੇ ਦੀ ਪਰਵਾਹ ਨਹੀਂ ਹੁੰਦੀ। ਇਸ ਕਰਕੇ ਗੁਰੂ ਗੋਬਿੰਦ ਸਿੰਘ ਨੂੰ ਕਿਸੇ ਦੀ ਪਰਵਾਹ ਸੀ? ਔਰੰਗਜ਼ੇਬ ਕਿੱਡਾ ਵੱਡਾ ਰਾਜਾ ਸੀ, ਉਹਦੀ ਜਿਹੜਾ ਹਨ 1.5 ਮਿਲੀਅਨ ਫੌਜ ਦਾ ਵੀ ਗੁਰੂ ਗੋਬਿੰਦ ਸਿੰਘ ਨੂੰ ਕੋਈ ਫਿਕਰ ਨਹੀਂ ਸੀ। ਡੋਂਟ ਕੇਅਰ ਬਿਕਾਜ਼ ਹੀ ਇਜ਼ ਗॉड ਹਿਮਸੈਲਫ। ਉਹਨੂੰ ਕਾਹਦਾ ਡਰ ਹੈ, ਯੂ ਨੋ। ਸੋ ਉਹ ਜਿਹੜਾ ਹੈ ਇਹ ਰੀਅਲਾਈਜੇਸ਼ਨ ਆਪਾਂ ਨੂੰ ਉਦੋਂ ਆਉਂਦਾ ਹੈ ਜਦੋਂ ਆਪਾਂ ਨੂੰ ਗਿਆਨ ਹੁੰਦਾ ਹੈ। Only then you value. That's why you can find there are very less people in the world who value Sikhi. You know why? Sikhi ਨੂੰ ਉਹੀ ਜਾਣੇਗਾ ਨਾ ਜਿਹਨੂੰ ਕਦਰ ਦਾ ਪਤਾ ਹੈ, ਜਿਹਨੂੰ ਕੀਮਤ ਦਾ ਪਤਾ ਹੈ। ਅਦਰਵਾਈਜ਼ ਕਿਹਨੂੰ ਪਤਾ ਹੈ?
Now you can be wearing a necklace in your neck which costs you 10 million. If I am an ignorant fool, I don't know about anything about diamonds, know what I will say to you? Why are you wearing so much of weight in your neck? You know, see, because I don't know the value. ਇਹੀ ਗੱਲ ਹੈ ਨਾ, ਉਹਦੇ ਵਾਸਤੇ ਤਾਂ 10 ਮਿਲੀਅਨ ਦਾ ਉਹਨੇ ਹਾਰ ਪਾਇਆ ਹੋਇਆ, ਉਹ ਤਾਂ ਚਾਹੁੰਦੇ ਵੀ ਲੋਕੀ ਮੈਨੂੰ ਮੱਥਾ ਟੇਕਣ, ਹਨਾ, ਵੀ ਐਡਾ ਵੱਡਾ ਹਾਰ ਪਾਇਆ। ਪਰ ਜਿਹੜਾ ਇਗਨੋਰੈਂਟ ਹੋਊਗਾ ਕਹਿੰਦਾ ਤੂੰ ਭਾਰ 'ਚ ਕੀ ਫਿਰਦਾ ਆਪਣੇ ਗੱਲ ਵਿੱਚ, ਕੀ ਲੋੜ ਪਈ ਆ ਤੈਨੂੰ। ਸੋ ਇਹ ਵੈਲਿਊ ਹੈ। ਸੋ ਇਸ ਕਰਕੇ ਦੁਨਿਆਵੀ ਚੀਜ਼ਾਂ ਨਾਲ ਤੁਸੀਂ ਸਿੱਖੀ ਨੂੰ ਕੰਪੇਅਰ ਨਹੀਂ ਕਰ ਸਕਦੇ। ਬਿਕੋਜ਼ ਦੇਖੋ ਇੱਥੇ ਦੱਸਿਆ ਨਾ, ਸੂਜਨ ਭੂਤ ਭਵਿੱਖ ਨਾ ਆਪ ਜਨਾਵਣਾ। ਉਹਨਾਂ ਨੇ ਆਪਣੇ ਆਪ ਨੂੰ ਜਨਾਇਆ ਹੀ ਨਹੀਂ, ਦੱਸਿਆ ਹੀ ਨਹੀਂ, ਉਹਨਾਂ ਨੇ ਕਿਸੇ ਨੂੰ ਦੱਸਣ ਵੀ ਨਹੀਂ ਦਿੱਤਾ ਵੀ ਮੈਂ ਕੌਣ ਹਾਂ। ਇਸ ਕਰਕੇ ਉਹ ਆਪਣੇ ਆਨੰਦ ਵਿੱਚ ਰਹਿੰਦੇ ਨੇ, ਤਾਂ ਉਹਨਾਂ ਦੇ ਆਨੰਦ ਵਿੱਚ ਹੀ ਆਨੰਦ ਹੈ। ਇਸ ਕਰਕੇ ਸੀ their name carries value. People ask for donation on their names and people yet they will give it because ਉਹਨਾਂ ਦਾ ਨਾਮ ਹੈ, ਉਹਨਾਂ ਨੇ ਕੁਝ ਬਣਾਇਆ ਹੈ, ਜੇ ਜਿਹਨੇ ਛੁਪਾਇਆ ਹੈ ਉਹਨੇ ਹੀ ਪਾਇਆ ਹੈ। ਇਹੀ ਗੱਲ ਹੈ। ਫਿਰ ਤੇ ਇਹ ਭਾਈ ਗੁਰਦਾਸ ਨੇ ਦੇਖੋ ਹੁਣ ਆਪਾਂ ਨੂੰ ਇੱਥੇ ਸਮਝਾਇਆ ਕਿ ਗੁਰਸਿੱਖੀ ਤੇ ਸੰਗਤ ਕਿਵੇਂ ਹੈ, ਕਿਵੇਂ ਸੰਗਤ ਸਿੱਖੀ ਨੂੰ ਜਿਹੜੀ ਹਨ ਉਹ ਪੈਦਾ ਕਰਦੀ ਹੈ, ਕਿਸ ਤਰ੍ਹਾਂ ਉਹ ਪਿਆਰ ਨੂੰ ਪੈਦਾ ਕਰਦੀ, ਕਿਸ ਤਰ੍ਹਾਂ ਰੀਅਲਾਈਜੇਸ਼ਨ ਨੂੰ ਪੈਦਾ ਕਰਦੀ ਹੈ, ਉਹ ਦੂਜੀ ਪੌੜੀ 'ਚ ਦੱਸਿਆ ਹੈ। ਲੇਖ ਅਲੇਖ ਅਲੈਖ ਸ਼ਬਦ ਕਮਾਵਣਾ, ਸੋਜਣ ਭੂਤ ਭਵਿੱਖ ਨਾ ਆਪ ਜਨਾਵਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ